बार फिर आप सबका स्वागत है आज इस डेली ओशन ਦੇ ਵਿੱਚ ਕਿ ਪਰਮੇਸ਼ਰ ਨੇ ਅੱਜ ਇੱਕ ਵਾਰ ਫਿਰ ਇਸ ਹਫਤੇ ਦੇ ਪਹਿਲੇ ਦਿਨ ਆਪਣੀ ਹਜ਼ੂਰੀ ਦੇ ਵਿੱਚ ਔਰ ਸਮਾਂ ਬਿਤਾਉਣ ਦਾ ਫਜ਼ਲ ਦਿੱਤਾ ਹੈ। ਸੋ ਅੱਜ ਵੀ ਅਸੀਂ ਪ੍ਰਭੂ ਦੀ ਆਰਾਧਨਾ ਕਰਨ ਲਈ ਜਾ ਰਹੇ ਹਾਂ। ਅੱਜ ਸਾਡੇ ਵਿੱਚ ਸਿਸਟਰ ਪ੍ਰਭਜੋਤ ਕੌਰ ਹਨ ਜੋ ਆਰਾਧਨਾ ਦੇ ਸਾਡੀ ਅਗਵਾਈ ਕਰਨਗੇ ਔਰ ਪ੍ਰਭੂ ਦੇ ਦਾਸ ਪਾਸਟਰ ਸਵਰਨਜੀਤ ਸਿੰਘ ਹਨ ਜੋ ਪ੍ਰਭੂ ਦੇ ਵਚਨ ਦੇ ਨਾਲ ਸਾਡੇ ਨਾਲ ਗੱਲਬਾਤ ਕਰਨਗੇ ਔਰ ਅਸੀਂ ਇਹਨਾਂ ਦੇ ਨਾਲ ਮਿਲ ਕੇ ਅੱਜ ਦੇ ਸੰਡੇ ਸਰਵਿਸ ਨੂੰ ਬਤੀਤ ਕਰਾਂਗੇ। ਔਰ ਇਸ ਤੋਂ ਪਹਿਲਾਂ ਕਿ ਅਸੀਂ ਪ੍ਰਭੂ ਦੀ ਆਰਾਧਨਾ ਦੇ ਵਿੱਚ ਵਧੀਏ ਔਰ ਪ੍ਰਭੂ ਨੂੰ ਧੰਨਵਾਦ ਦਈਏ ਉਹਦੇ ਕੀਤੀਆਂ ਭਲਾਈਆਂ ਦੇ ਲਈ ਉਹਦੇ ਕੰਮਾਂ ਨੂੰ ਯਾਦ ਕਰੀਏ ਉਸ ਤੋਂ ਬਾਅਦ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ। ਪ੍ਰਭੂ ਨੇ ਜੋ ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ ਹੈ ਅੱਜ ਦਾ ਦਿਨ ਸਾਡੀ ਜ਼ਿੰਦਗੀ ਵਿੱਚ ਲੈ ਕੇ ਆਂਦਾ ਹੈ ਔਰ ਉਹਦੀ ਹਰ ਇੱਕ ਭਲਾਈ ਨੂੰ ਯਾਦ ਕਰਦੇ ਹੋਏ ਉਹਨੂੰ ਧੰਨਵਾਦ ਦਿਆਂਗੇ ਇਸ ਪ੍ਰਾਰਥਨਾ ਦੁਆਰਾ। ਆइए सब अपने ਅੱਖਾਂ ਨੂੰ ਬੰਦ ਕਰੀਏ ਸਿਰਾਂ ਨੂੰ ਝੁਕਾਈਏ ਔਰ ਪ੍ਰਾਰਥਨਾ ਦੀ ਹਾਲਤ ਵਿੱਚ ਆਈਏ ਔਰ ਪ੍ਰਾਰਥਨਾ ਕਰਾਂਗੇ। ਉਸ ਦੇ ਨਾਲ ਸਿਸਟਰ ਜੀ ਨੂੰ ਵੀ ਪ੍ਰਭੂ ਦੇ ਹੱਥ ਵਿੱਚ ਦਿਆਂਗੇ ਕਿ ਜੋ ਸਾਡੀ ਆਰਾਧਨਾ 'ਚ ਅਗਵਾਈ ਕਰਨ ਜਾ ਰਹੇ ਨੇ ਪ੍ਰਭੂ ਉਹਨਾਂ ਤੇ ਵੀ ਵੱਡਾ ਕਿਰਪਾ ਵਾਲਾ ਦਿਆਲਾ ਹੱਥ ਰੱਖੇ ਔਰ ਪਰਮੇਸ਼ਰ ਦਾ ਆਤਮਾ ਕਾਰਜ ਕਰੇ। ਮੈਂ ਇਸੇ ਪ੍ਰਾਰਥਨਾ ਤੋਂ ਸਭ ਪ੍ਰਾਰਥਨਾ ਕਰਾਂਗੇ। ਮਹਾਨ ਸਾਮਰਥੀ ਜੀਵਿਤ ਖੁਦਾਵੰਦ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਬੜੇ ਮਹਾਨ ਅਤੇ ਅਦਭੁਤ ਪਰਮੇਸ਼ਰ ਹੋ। ਤੁਹਾਡੇ ਕੀਤੀਆਂ ਭਲਾਈਆਂ ਦੇ ਲਈ ਤੁਹਾਡਾ ਧੰਨਵਾਦ। ਹਰ ਇੱਕ ਚੀਜ਼ ਤੁਹਾਡਾ ਧੰਨਵਾਦ ਜੋ ਸਾਨੂੰ ਤੁਹਾਡਾ ਸੰਭਾਲ ਕੇ ਰੱਖਿਆ ਹੈ ਔਰ ਆਉਣ ਵਾਲੇ ਸਮੇਂ ਸਾਨੂੰ ਸੰਭਾਲਣ ਜਾ ਰਿਹਾ ਤੇਰਾ ਧੰਨਵਾਦ ਕਰਦੇ ਹਾਂ ਔਰ ਪ੍ਰਭੂ ਇਸੇ ਪ੍ਰਕਾਰ ਤੇਰੀ ਕਿਰਪਾ ਸਾਡੇ ਤੇ ਬਣੀ ਰਹੇ। ਪ੍ਰਭੂ ਜੀ ਉਸ ਸਿਸਟਰ ਦੇ ਸਾਥ ਹੋਣਾ ਖੁਦਾ ਆਪਣਾ ਹੱਥ ਦੇਣਾ ਔਰ ਤੁਹਾਡੀ ਬੁੱਧ ਤੁਹਾਡੀ ਸਮਝ ਉਹਨਾਂ ਵਿੱਚ ਕੰਮ ਕਰੇ ਔਰ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਇੱਛਾ ਦੇ ਅਨੁਸਾਰ ਅਸੀਂ ਤੁਹਾਡੀ ਮਹਿਮਾ ਕਰੀਏ ਔਰ ਖੁਦਾ ਤੇਰੇ ਵਿੱਚ ਵਧਦੇ ਚਲੇ ਜਾਈਏ ਔਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਤੁਹਾਡੇ ਸਾਮਰਥੀ ਨਾਮ ਪ੍ਰਭੂ ਯਿਸੂ ਮਸੀਹ ਵਿੱਚ ਮੰਗਦੇ ਹਾਂ, ਆਮੀਨ। ਇਹਦੇ ਨਾਮ ਵਿੱਚ ਸਾਰਿਆਂ ਨੂੰ ਜੈ ਮਸੀਹ ਕੀ। ਸੋ ਅੱਜ ਦੇ ਸੁੰਦਰ ਸਮੇਂ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਜੋ ਪਰਮੇਸ਼ਰ ਨੇ ਸਾਡੇ ਜੀਵਨ ਵਿੱਚ ਦਿੱਤਾ ਤੇ ਅਸੀਂ ਉਹਦੀ ਮਿਲ ਕੇ ਆਰਾਧਨਾ ਕਰ ਸਕੀਏ। ਉਸਨੇ ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਉਹਦੀ ਆਰਾਧਨਾ ਸਤੁਤੀ ਕਰ ਸਕੀਏ। ਅੱਜ ਅਸੀਂ ਸਾਰੇ ਮਿਲ ਕੇ ਉਹਨੂੰ ਮਹਿਮਾ ਦਿੰਦੇ ਹੋਏ ਉਹਦੀ ਆਰਾਧਨਾ ਨੂੰ ਕਰਦੇ ਹੋਏ ਉਹਦੀ ਆਰਾਧਨਾ ਵਿੱਚ ਸ਼ਾਮਿਲ ਹੁੰਦੇ ਹੋਏ ਉਹਨੂੰ ਯਾਦ ਕਰਦੇ ਹੋਏ ਉਹਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਹੋਏ ਅਸੀਂ ਪਰਮੇਸ਼ਰ ਨੂੰ ਧੰਨਵਾਦ ਦੇਵਾਂਗੇ। ਅਸੀਂ ਉਹਦੀ ਆਰਾਧਨਾ ਕਰਾਂਗੇ ਸੱਚੇ ਮਨ ਔਰ ਸੱਚੀ ਆਤਮਾ ਦੇ ਨਾਲ। ਹਾਲੇਲੂਇਆ परमेश्वर ਦਾ ਧੰਨਵਾਦ ਕਰਦੇ ਹੋਏ ਹਾਲੇਲੂਇਆ ਪ੍ਰੇਜ਼ ਗॉड ਜੀਸਸ। ਰੱਬ ਦਾ ਕਲਾਮ ਲੈ ਕੇ ਆਏ ਹਾਂ ਯਿਸੂ ਦਾ ਸਲਾਮ ਲੈ ਕੇ ਆਏ ਹਾਂ। ਰੱਬ ਦਾ ਕਲਾਮ ਲੈ ਕੇ ਆਏ ਹਾਂ ਯਿਸੂ ਦਾ ਸਲਾਮ ਲੈ ਕੇ ਆਏ ਹਾਂ। ਰੱਬ ਦਾ ਕਲਾਮ
ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਪਰਮੇਸ਼ਰ ਦੀ ਅੱਜ ਦੇ ਦਿਨ ਆਰਾਧਨਾ ਕਰ ਸਕੀਏ। ਪਿਆਰੇ ਪ੍ਰਭੂ ਨੂੰ ਅਸੀਂ ਸਾਰੇ ਪੂਰੇ ਦਿਲ ਤੋਂ ਪਰਮੇਸ਼ਰ ਨੂੰ ਧੰਨਵਾਦ ਦੇਵਾਂਗੇ। ਹਾਲੇਲੂਇਆ, 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 ਹਾਲੇਲੂਇਆ। ਪਰਮੇਸ਼ਰ ਨੇ ਸਾਡੀ ਆਰਾਧਨਾ ਵਿੱਚ ਮਦਦ ਔਰ ਸਹਾਇਤਾ ਕੀਤੀ ਹੈ। ਆਰਾਧਨਾ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਹੋਵੇ, ਅਸੀਂ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਇਸ ਆਰਾਧਨਾ ਦੁਆਰਾ ਅਸੀਂ ਸਾਰੇ ਆਸ਼ੀਸ਼ਿਤ ਹੋਈਏ, ਅਸੀਂ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਯਿਸੂ ਮਸੀਹ ਦੇ ਨਾਮ ਵਿੱਚ। ਹਾਲੇਲੂਇਆ, ਹਾਲੇਲੂਇਆ। ਪ੍ਰੇਜ਼ ਗॉड ਜੀਸਸ। ਸਾਡੀ ਆਰਾਧਨਾ ਨੂੰ ਕਬੂਲ ਕੀਤਾ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ। ਬਹੁਤ ਬਹੁਤ ਧੰਨਵਾਦ ਸਿਸਟਰ ਪ੍ਰਭਜੋਤ ਕੌਰ ਜੀ। ਤੁਹਾਨੂੰ ਪ੍ਰਭੂ ਇਸੇ ਤਰ੍ਹਾਂ ਆਪਣੀ ਸੇਵਕਾਈ ਦੇ ਕੰਮ ਵਿੱਚ ਇਸਤੇਮਾਲ ਕਰਦਾ ਰਹੇ। ਤੁਸੀਂ ਹੋਰ ਵੀ ਵੱਧ ਚੜ੍ਹ ਕੇ ਪ੍ਰਭੂ ਦੇ ਕੰਮਾਂ ਦੇ ਵਿੱਚ ਹਿੱਸਾ ਲਓ। ਸੋ ਹੁਣ ਸਮਾਂ ਹੈ ਪ੍ਰਭੂ ਦੀ ਆਵਾਜ਼ ਨੂੰ ਸੁਣਨ ਦਾ। ਅੱਜ ਸਾਡੇ ਵਿੱਚ ਪ੍ਰਭੂ ਦੇ ਦਾਸ ਪਾਸਟਰ ਸਵਰਨਜੀਤ ਸਿੰਘ ਹਨ ਜੋ ਮੁਕਤਸਰ ਸਾਹਿਬ ਤੋਂ ਹਨ। ਉਹ ਅੱਜ ਸਾਡੇ ਵਿੱਚ ਪ੍ਰਭੂ ਦਾ ਵਚਨ ਲੈ ਕੇ ਸਾਡੇ ਰੂਬਰੂ ਹੋਣਗੇ। ਆਈਏ ਸੁਣਨ ਲਈ ਪ੍ਰਾਰਥਨਾ ਕਰਾਂਗੇ। ਉਹਨਾਂ ਨੂੰ ਪ੍ਰਭੂ ਦਾ ਉੱਚ ਦਿਆਂਗੇ, ਉਹਨਾਂ ਸੇਵਕਾਂ ਨੂੰ ਪ੍ਰਭੂ ਦਾ ਉੱਚ ਦਿਆਂਗੇ ਔਰ ਖਾਸ ਕਰਕੇ ਸਭ ਜਨ ਆਪਣੇ ਲਈ ਪ੍ਰਾਰਥਨਾ ਕਰਾਂਗੇ ਕਿ ਪ੍ਰਭੂ ਸਾਨੂੰ ਫਜ਼ਲ ਬਖਸ਼ੇ, ਸਾਡੇ ਦਿਲ ਨੂੰ ਖੋਲੇ, ਸਾਡੇ ਦਿਮਾਗ ਨੂੰ ਖੋਲੇ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਮਝ ਕੇ ਆਪਣੇ ਦਿਲ ਹਿਰਦੇ ਵਿੱਚ ਜਮ੍ਹਾਂ ਕਰ ਸਕੀਏ। ਇਹ ਸਭ ਪ੍ਰਾਰਥਨਾ ਕਰਾਂਗੇ। ਮਹਾਨ ਸਾਮਰਥੀ ਜੀਵਿਤ ਖੁਦਾਵੰਦ ਤੁਹਾਡਾ ਧੰਨਵਾਦ ਕਰਦਾ ਹੈ ਤੁਹਾਡੇ ਹਰ ਇੱਕ ਭਲਾਈ ਦੇ ਲਈ। ਔਰ ਪ੍ਰਭੂ ਖਾਸ ਕਰਕੇ ਪ੍ਰਭੂ ਜੋ ਅਸੀਂ ਆਰਾਧਨਾ ਕੀਤੀ ਤੁਸੀਂ ਉਸ ਨੂੰ ਪਸੰਦ ਕੀਤਾ ਹੈ ਪਰਮੇਸ਼ਵਰ। ਔਰ ਪਰਮੇਸ਼ਵਰ ਮਸੀਹ ਹੁਣ ਤੁਸੀਂ ਆਪਣੀ ਆਵਾਜ਼ ਆਪਣੇ ਦਾਸ ਨੂੰ ਸਾਡੇ ਤੱਕ ਲੈ ਕੇ ਆ ਰਹੇ ਹੋ। ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡਾ ਆਤਮਾ ਦੇ ਵਿੱਚ ਕੰਮ ਕਰੇ, ਤੁਹਾਡਾ ਆਤਮਾ ਸਾਨੂੰ ਸਿਖਾਏ, ਤੁਹਾਡਾ ਆਤਮਾ ਚਲਾਏ। ਪਰਮੇਸ਼ਵਰ ਮਸੀਹ ਤੁਹਾਡਾ ਧੰਨਵਾਦ ਕਰਦੇ ਹਾਂ। ਦਇਆ ਕਰੋ, ਵੱਡੀ ਕਿਰਪਾ ਕਰੋ, ਪ੍ਰਾਰਥਨਾ ਨੂੰ ਸੁਣੋ, ਸਵੀਕਾਰ ਕਰੋ। ਤੁਹਾਡੇ ਬੇਟੇ ਸਾਡੇ ਉਧਾਰ ਕਰਤਾ ਪਰਮੇਸ਼ਵਰ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। आज सब ਨੂੰ ਜੈ ਮਸੀਹ ਕੀ। ਮੇਰਾ ਨਾਮ ਪਾਸਟਰ ਸਵਰਨਜੀਤ ਸਿੰਘ ਔਰ ਆਈਏ ਅਸੀਂ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ। ਤੁਹਾਡੇ ਚਰਨਾਂ ਦੇ ਵਿੱਚ ਆਉਣੇ ਆ। ਖਾਸ ਕਰਕੇ ਅੱਜ ਦੀ ਸਾਰੀ ਸਮੇਂ ਤੁਹਾਡੇ ਹੱਥ ਵਿੱਚ ਸੌਂਪਦੇ ਆ ਔਰ ਅਸੀਂ ਚਾਹੁੰਦੇ ਆ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਨਾਲ ਗੱਲਾਂ ਕਰੋ, ਕਿਉਂਕਿ ਪਵਿੱਤਰ ਆਤਮਾ ਜੀ ਤੁਹਾਡੇ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਆ ਔਰ ਨਾ ਹੀ ਪਰਮੇਸ਼ਰ ਦੀਆਂ ਗੁਪਤ ਗੱਲਾਂ ਨੂੰ ਅਸੀਂ ਜਾਣ ਸਕਦੇ ਆ, ਸਮਝ ਸਕਦੇ ਆ। ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਕਿ ਆਪਣੇ ਸਾਮਰਥ ਨੂੰ ਇਸ ਜਗ੍ਹਾ ਦੇ ਵਿੱਚ ਤੁਸੀਂ ਸਾਡੇ ਵਿਚਕਾਰ ਭੇਜੋ ਤਾਂ ਕਿ ਜਿਹੜੀਆਂ ਗੱਲਾਂ ਅੱਜ ਪ੍ਰਭੂ ਜੀ ਤੁਹਾਡੇ ਵਚਨ ਦੇ ਦੁਆਰਾ ਅਸੀਂ ਬੋਲਣੀਆਂ ਕਰਨੀਆਂ ਆ ਉਹ ਤੁਸੀਂ ਆਪ ਸਾਡੇ ਨਾਲ ਗੱਲਬਾਤ ਕਰੋ ਪਵਿੱਤਰ ਆਤਮਾ ਦੇ ਦੁਆਰਾ ਔਰ ਸਭ ਕੁਝ ਅਸੀਂ ਤੁਹਾਡੇ ਹੱਥ ਵਿੱਚ ਸੌਂਪਦੇ ਹਾਂ। ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। तो मेरे ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ। प्रभु आप सब ਨੂੰ आशीष देवे जिन्ने भी तुसी इस वीडियो ਨੂੰ इस प्रभु ਦੀ ਬਾਣੀ ਨੂੰ ਸੁਣਨ ਲਈ ਜਾ ਰਹੇ ਹੋ। सो मेरा नाम पास्टर स्वरनजीत सिंह। सो आइए ਅਸੀਂ प्रभु ਦੇ पवित्र वचन ਨੂੰ ਸਿੱਖਾਂਗੇ, पवित्र वचन ਨੂੰ ਜਾਣਾਂਗੇ। तो प्रभु ਦੇ ਲੋਕੋ परमेश्वर ਦੇ पवित्र वचन ਦੇ ਵਿੱਚ ਲਿਖਿਆ ਆ, ਜਿਸ ਤਰ੍ਹਾਂ ਅਸੀਂ ਰੋਮੀਆਂ ਦੀ ਪੱਤਰੀ ਉਸ ਦਾ 8 ਅਧਿਆਇ ਦੇ 26 वचन ਨੂੰ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ, मैं ਤੁਹਾਡੇ ਲਈ ਪੜਾਂਗਾ। इस तरह आत्मा भी साड़ी दुर्बलताई विच साडे लई साडी सहायता करता है, क्यों जो किस वस्त लई सानू प्रार्थना करनी चाहिए है असी नहीं जानते, पर आत्मा आप अकथ होके भर के साडे लई सिफारिश करता है। तो इस जगह दे विच संत पौलुस जो रोमी लोकां नू लिख रहा है इस गल नू और वो पवित्र आत्मा के विषय के बारे दस रहा है। तो जिस टाइम ये पत्री लिखी गई है, ये रोमियों की कलीसिया में लिखी गई है, पर अज असी जब इन्हू पढ़ रहे हैं जब पवित्र वचन साडे हथ विच आ, तो अज ये सारे वचन साडे वास्ते आ जो परमेश्वर ने सानू पवित्र आत्मा के द्वारा दिते आ। जिस तरह असी जानते हैं कि इस पवित्र वचन नू 40 तो भी वध प्रभु के दासां ने लिखा आ पवित्र आत्मा की अगवाई के द्वारा। तो बाइबल दसदा आ कि ये सारियां गल्लां पवित्र आत्मा तो आ। इस तो सीखना, सुधारना, ताड़ना, डंगियाइयां सब कुछ परमेश्वर के वचन दे विचों आ। तो इस गल ते असीं गौर करांगे, इस वचन ते गौर करांगे कि आत्मा साडीआं दुर्बलताइयां दे विच साडी सहायता करदा है। सो दुर्बलताइयां दा मतलब की हुंदा आ? साडीआं कमजोरियां, साडीआं परेशानियां और जिथे सानू नहीं पता लगता और एक टाइम एक समा साडी जिंदगी दे विच एवें दा आउंदा आ कि असीं बहुत ज़्यादा दुखी परेशान हुंदे आ, पर उस टाइम सानू कोई समझ नहीं आउंदा कि असीं किस तरह समझिए या किस तरह जानिए। तो प्रभु लोगों उत्थों एक काम करने की जरूरत है, वो है कि तुसीं अपने आप को परमेश्वर के चरणों दे विच लैके जाओ, बैठो जिथे भी हो और
ਉੱਥੇ ਤੁਸੀਂ ਪ੍ਰਾਰਥਨਾ ਕਰੋ। ਤਾਂ ਬਾਈਬਲ ਦੱਸਦਾ ਹੈ, ਵਚਨ ਦੱਸਦਾ ਆ ਕਿ ਪਵਿੱਤਰ ਆਤਮਾ ਜਿਹੜਾ ਤੁਹਾਡੀ ਅਗਵਾਈ ਕਰੇਗਾ। ਤਾਂ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਪ੍ਰਾਰਥਨਾ ਕਿਵੇਂ ਕਰੀਏ, ਔਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਇਹ ਸਮੱਸਿਆ ਸਾਡੇ ਜੀਵਨ ਦੇ ਉੱਪਰ ਆ ਔਰ ਇਹਦਾ ਹੱਲ ਕਿਵੇਂ ਹੋਊਗਾ। ਪਰ ਪਰਮੇਸ਼ਵਰ ਦਾ ਵਚਨ ਸਾਨੂੰ ਕਲੀਅਰ ਕਰਦਾ ਹੈ। ਜਦੋਂ ਪ੍ਰਭੂ ਦਾ ਵਚਨ ਵੀ ਅਸੀਂ ਪੜ੍ਹਦੇ ਹਾਂ ਤਾਂ ਕਈ ਵਾਰੀ ਇਦਾਂ ਹੁੰਦਾ ਹੈ ਕਿ ਪ੍ਰਭੂ ਦਾ ਵਚਨ ਵੀ ਸਾਨੂੰ ਸਮਝ ਨਹੀਂ ਆਉਂਦਾ, ਪਰ ਜੇਕਰ ਉਹ ਵਚਨ ਪ੍ਰਾਰਥਨਾ ਕਰਕੇ ਉਸ ਵਚਨ ਨੂੰ ਪ੍ਰਾਰਥਨਾ ਦੇ ਦੁਆਰਾ ਅਸੀਂ ਪੜਾਂਗੇ ਔਰ ਪਹਿਲਾਂ ਤੋਂ ਹੀ ਪਰਮੇਸ਼ਰ ਨੂੰ ਬੋਲਾਂਗੇ ਕਿ ਪਰਮੇਸ਼ਰ ਆਪਣੇ ਆਤਮਾ ਦੇ ਦੁਆਰਾ ਸਾਨੂੰ ਸਮਝ ਦੇ, ਸਾਨੂੰ ਬੁੱਧ ਦੇ, ਤਾਂ ਪ੍ਰਭੂ ਦਾ ਵਚਨ ਦੱਸਦਾ ਆ ਕਿ ਉਹ ਪਰਮੇਸ਼ਰ ਦਾ ਆਤਮਾ ਗਹਿਰੀਆਂ ਜਿਹੜੀਆਂ ਗੱਲਾਂ ਆ ਉਹ ਸਾਨੂੰ ਦੱਸਦਾ ਆ। ਕਿਉਂਕਿ ਬਾਣੀ ਦੇ ਵਿੱਚ ਲਿਖਿਆ ਆ ਕਿ ਸਾਡਾ ਆਤਮਾ ਔਰ ਪ੍ਰਭੂ ਦਾ ਆਤਮਾ ਇੱਕ ਹੋ ਜਾਂਦੇ ਆ। ਜਿਹੜਾ ਆਤਮਾ ਉਸ ਪਰਮੇਸ਼ਰ ਨੇ ਸਾਨੂੰ ਦਿੱਤਾ ਆ, ਜਿਹਨੂੰ ਅਸੀਂ ਪਵਿੱਤਰ ਆਤਮਾ ਕਹਿੰਦੇ ਆ। ਤਾਂ ਫਿਰ ਲਿਖਿਆ ਬਾਣੀ 'ਚ ਕਿ ਉਹ ਪਰਮੇਸ਼ਰ ਦੀਆਂ ਗੁਪਤ ਗੱਲਾਂ ਨੂੰ ਸਾਨੂੰ ਦੱਸਦਾ ਆ, ਔਰ ਫਿਰ ਸਾਨੂੰ ਸਮਝ ਆਉਂਦਾ ਆ ਕਿ ਇਸ ਵਚਨ ਦਾ ਮਤਲਬ ਕੀ ਆ, ਇਸ ਵਚਨ ਦੇ ਬਾਰੇ ਅਸੀਂ ਕਿਸ ਤਰ੍ਹਾਂ ਚੱਲਣਾ ਆ, ਜਾਂ ਇਹ ਵਚਨ ਸਾਨੂੰ ਕੀ ਸਿਖਾ ਰਿਹਾ ਆ। ਹਾਲੇਲੂਇਆ। ਸੋ ਪਰਮੇਸ਼ਰ ਦੀ ਬਾਣੀ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਕਿ ਆਤਮਾ ਆਪ ਅਕਤ ਹੌਂਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਆ। ਦੇਖੋ ਇਹ ਜੋ ਸਰੀਰ ਆ ਇਨਸਾਨੀ ਤੌਰ ਤੇ, ਔਰ ਇਹ ਕਦੇ ਵੀ ਸਾਨੂੰ ਪਰਮੇਸ਼ਰ ਦੇ ਨੇੜੇ ਜਾਣ ਨਹੀਂ ਦਿੰਦਾ, ਜਾਂ ਪਰਮੇਸ਼ਰ ਬਾਰੇ ਇਹ ਸਾਡੇ ਮਨ ਦੇ ਵਿੱਚ ਨਹੀਂ ਆਉਣ ਦਿੰਦਾ, ਕਿਉਂਕਿ ਇਹਦੀਆਂ ਖੁਦ ਦੀਆਂ ਬਹੁਤ ਸਾਰੀਆਂ ਇਛਾਵਾਂ ਆ ਜੋ ਬਾਈਬਲ 'ਚ ਲਿਖੀਆਂ ਆ, ਜੋ ਗਲਾਤੀਆ 5:21 ਵਚਨ ਜਦੋਂ ਪੜ੍ਹਦੇ ਆ 19 ਤੋਂ ਤਾਂ ਉੱਥੇ ਸਾਨੂੰ ਮਿਲ ਜਾਂਦੀਆਂ ਆ। ਪਹਿਲਾ ਗ੍ਰੰਥੀਆ ਪੜ੍ਹਦੇ ਆ 6:9 ਵਚਨ ਦੇ ਵਿੱਚ ਉੱਥੇ ਸਾਨੂੰ ਮਿਲ ਜਾਂਦੀਆਂ। ਤਾਂ ਇਹ ਪਹਿਲਾਂ ਹੀ ਆਪਦੀਆਂ ਬਹੁਤ ਸਾਰੀਆਂ ਇਹ ਗੱਲਾਂ ਸਾਡੇ ਉੱਤੇ ਛੱਡ ਦਿੰਦਾ ਆ, ਜਿਸ ਕਰਕੇ ਅਸੀਂ ਵਚਨ ਦੇ ਉੱਤੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਕਦੇ ਵੀ ਨਹੀਂ ਜਾ ਪਾਉਂਦੇ। ਤਾਂ ਅੱਜ ਜਦ ਵੀ ਸਾਡੇ ਕੋਲ ਟਾਈਮ, ਸਾਡੇ ਕੋਲ ਸਮਾਂ ਹੁੰਦਾ ਆ, ਤਾਂ ਪ੍ਰਭੂ ਦੇ ਲੋਕੋ ਅਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਜਾਈਏ ਤਾਂ ਕਿ ਅਸੀਂ ਉਹਨਾਂ ਗੱਲਾਂ ਨੂੰ ਸਿੱਖੀਏ, ਉਹਨਾਂ ਸਾਰੇ ਵਿਚਾਰਾਂ ਨੂੰ ਜਾਣੀਏ ਜੋ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚ ਰੱਖੇ ਹੋਏ ਆ, ਤਾਂ ਕਿ ਪਰਮੇਸ਼ਵਰ ਜੀ ਸਾਨੂੰ ਉਹਨਾਂ ਸਾਰੀਆਂ ਗੱਲਾਂ ਦੇ ਬਾਰੇ ਜੋ ਸਿਖਾ ਰਿਹਾ ਆ, ਜੋ ਸਾਨੂੰ ਦੱਸ ਰਿਹਾ ਆ, ਉਹ ਦੇਖੋ ਆਤਮਾ ਤੋਂ ਬਿਨਾ ਉਹ ਕੁਝ ਵੀ ਸਾਡੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਂਦਾ, ਕਿਉਂਕਿ ਆਤਮਾ ਹੀ ਇਸ ਧਰਤੀ ਦੇ ਉੱਤੇ ਸਾਡੇ ਵਿੱਚ ਇੱਕ ਪਰਮੇਸ਼ਰ ਨਾਲ ਜੁੜਨ ਦਾ, ਜਾਂ ਪਰਮੇਸ਼ਰ ਦੇ ਸ਼ਬਦਾਂ ਨੂੰ, ਉਹਦੇ ਵਿਚਾਰਾਂ ਨੂੰ ਸਮਝਣ ਦਾ ਇੱਕ ਪਰਮੇਸ਼ਰ ਨੇ ਸਾਡੇ ਜੀਵਨ ਦੇ ਵਿੱਚ ਇੱਕ ਇਹ ਆਸ਼ੀਸ਼ ਰੱਖੀ ਹੋਈ ਆ। ਤਾਂ ਇਹ ਆਸ਼ੀਸ਼ ਕੀ ਕਰਦੀ ਆ, ਬਾਈਬਲ ਦੇ ਵਿੱਚ ਲਿਖਿਆ ਆ, ਇਹ ਆਤਮਾ ਕੀ ਕਰਦਾ ਆ, ਅਕਤ ਹੌਂਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ। ਮਤਲਬ ਮੇਰੇ ਲਈ, ਤੁਹਾਡੇ ਲਈ, ਜਿੰਨੇ ਵੀ ਪਰਮੇਸ਼ਰ ਨੂੰ ਜਾਣਦੇ ਔਰ ਜਿੰਨੇ ਜਾਣ ਚੁੱਕੇ ਆ ਔਰ ਜਿਨ੍ਹਾਂ ਨੇ ਹਜੇ ਜਾਣਨਾ ਆ। ਹਾਲੇਲੂਇਆ। ਸੋ ਪਰਮੇਸ਼ਰ ਦੀ ਬਾਣੀ ਸਾਨੂੰ ਬੜੇ ਅੱਛੇ ਢੰਗ ਨਾਲ, ਤਰੀਕੇ ਦੇ ਨਾਲ ਸਾਨੂੰ ਦੱਸਦੀ ਹੈ ਕਿ ਆਤਮਾ ਕਿੱਦਾਂ ਵੇਖੋ ਸਿਫਾਰਿਸ਼ ਕਰਦਾ ਆ। ਔਰ ਮੈਨੂੰ ਇੱਥੇ ਇੱਕ ਗੱਲ ਯਾਦ ਆ ਰਹੀ ਆ, ਇੱਕ ਵਾਰ ਇੱਕ ਆਦਮੀ ਆਪਣੇ ਘਰ ਦੇ ਵਿੱਚ ਸੁੱਤਾ ਪਿਆ ਹੁੰਦਾ ਆ ਔਰ ਰਾਤ ਨੂੰ 1-2 ਵਜੇ ਪਵਿੱਤਰ ਆਤਮਾ ਉਸ ਨੂੰ ਉਠਾਉਂਦਾ ਆ ਔਰ ਉਸ ਨੂੰ ਦੁਆ ਕਰਨ ਦੇ ਲਈ ਕਹਿੰਦਾ ਆ ਆਤਮਾ ਦੇ ਵਿੱਚ, ਗੈਰ ਭਾਸ਼ਾ ਦੇ ਵਿੱਚ। ਪਰ ਉਹ ਆਦਮੀ ਜਦੋਂ ਉੱਠਦਾ ਆ ਉਹ ਸਮਝ ਨਹੀਂ ਪਾਉਂਦਾ, ਔਰ ਉਸ ਤੋਂ ਬਾਅਦ ਫਿਰ ਪਵਿੱਤਰ ਆਤਮਾ ਜੀ ਉਹਨਾਂ ਨਾਲ ਗੱਲ ਕਰਦੇ ਆ ਔਰ ਉਸ ਤੋਂ ਬਾਅਦ ਉਹ ਫਿਰ ਪ੍ਰਾਰਥਨਾ ਕਰਨੀ ਸਟਾਰਟ ਕਰਦਾ ਔਰ ਗੈਰ ਭਾਸ਼ਾ ਦੇ ਵਿੱਚ ਤਕਰੀਬਨ ਉਹ 1-2 ਘੰਟੇ ਬਿਤਾਉਂਦਾ ਆ। ਔਰ ਕੁਝ ਹੀ ਦਿਨਾਂ ਬਾਅਦ ਉਹ ਆਪਣੀ ਇੱਕ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਆ। ਜਦੋਂ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਆ ਤੇ ਉੱਥੇ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਜਾਂ ਉਹਨਾਂ ਦਾ ਭੈਣ ਭਰਾ ਉਹਨਾਂ ਨਾਲ ਗੱਲ ਕਰ ਰਿਹਾ ਹੁੰਦਾ ਆ ਔਰ ਉਹਨਾਂ ਨੂੰ ਦੱਸ ਰਿਹਾ ਹੁੰਦਾ ਆ ਕਿ ਇਸ ਟਾਈਮ, ਇਸ ਦਿਨ, ਇਸ ਰਾਤ ਨੂੰ ਮੇਰੇ ਜੀਵਨ ਦੇ ਵਿੱਚ ਰਾਤ ਨੂੰ ਬਹੁਤ ਵੱਡਾ ਹਾਦਸਾ ਹੋਣ ਵਾਲਾ ਸੀਗਾ ਔਰ ਮੈਨੂੰ ਪੂਰਾ ਦਿਖਾਈ ਦੇ ਰਿਹਾ ਸੀ, ਪਰ ਕੁਝ ਮਿੰਟਾਂ ਬਾਅਦ ਹੀ ਮੇਰੀ ਜਿਹੜੀ ਉਹ ਪਰੇਸ਼ਾਨੀ, ਮੇਰੀ ਜਿਹੜੀ ਉਹ ਸਮੱਸਿਆ ਮੇਰੇ ਜੀਵਨ ਤੋਂ ਚਲੀ ਗਈ। ਤਾਂ ਜਿਹੜਾ ਆਦਮੀ ਉਹਨਾਂ ਦੇ ਘਰ ਗਿਆ ਆ ਔਰ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਆ, ਉਹੀ ਦਿਨ, ਉਹੀ ਟਾਈਮ, ਉਹੀ ਸਮੇਂ ਦੇ ਵਿੱਚ ਪਵਿੱਤਰ ਆਤਮਾ ਨੇ ਰਾਤ ਨੂੰ ਉਠਾ ਕੇ ਉਹਦੇ ਨਾਲ ਗੱਲ ਕੀਤੀ ਹੁੰਦੀ ਆ ਕਿ ਤੂੰ ਪ੍ਰਾਰਥਨਾ ਕਰ। ਤਾਂ ਐਕਚੁਅਲ ਦੇ ਵਿੱਚ ਫਿਰ ਉਹਨੂੰ ਯਾਦ ਆਉਂਦਾ ਹੈ ਕਿ ਮੈਨੂੰ ਪਵਿੱਤਰ ਆਤਮਾ ਨੇ ਕਿਉਂ ਪ੍ਰਾਰਥਨਾ ਕਰਨ ਦੇ ਲਈ ਕਿਹਾ। ਤਾਂ ਦੇਖੋ ਕਿੱਡਾ ਵੱਡਾ ਹਾਦਸਾ ਹੋਣ ਤੋਂ ਪ੍ਰਭੂ ਜੀ ਨੇ ਬਚਾਇਆ। ਹਾਲੇਲੂਇਆ। ਕਿੱਡਾ ਵੱਡਾ ਹਾਦਸਾ ਹੋਣ ਤੋਂ। ਤਾਂ ਪਵਿੱਤਰ ਆਤਮਾ ਵੇਖੋ ਕਿੱਦਾਂ ਸਿਫਾਰਿਸ਼ ਕਰਦਾ ਆ ਆਪਣੇ ਲੋਕਾਂ ਨੂੰ ਬਚਾਉਣ ਦੀ, ਔਰ ਕਿੱਦਾਂ ਪਰਮੇਸ਼ਰ ਉਹਨਾਂ ਦੇ ਜੀਵਨ ਤੇ ਦਇਆ ਕਰਦਾ ਹੈ। ਔਰ ਅਗਰ ਉਸ ਦਿਨ ਉਹ ਪ੍ਰਾਰਥਨਾ ਨਾ ਕਰਦਾ ਤਾਂ ਹੋ ਸਕਦਾ ਆ ਉਹ ਆਪਣੇ ਉਸ ਰਿਸ਼ਤੇਦਾਰ ਭੈਣ ਭਰਾ ਨੂੰ ਕਦੇ ਨਾ ਮਿਲ ਪਾਉਂਦਾ।
तो एक वचन प्रभु की बाणी दे विचों असीं पढ़ांगे जो सानूं रोमिया 8 अध्याय और उहदे 14 वचन दे विच मिल जांदा है, जिथे लिखिया है जिन्ने परमेश्वर दी आत्मा दी गवाही नाल चलदे हन ओही परमेश्वर दे पुत्र हन। तो देखो उन्हें आत्मा दी अगवाई नूं सुनिया, उस टाइम आत्मा की कह रहा सी, की गल उहदे नाल कर रहा सी, ओनू उन्हें उस चीज़ ते गौर की और प्रार्थना की और काफ़ी 1-2 घंटे आत्मा दे द्वारा उन्हें बताए, आत्मा दे विच बताए, गैर भाषा दे विच दुआ करदा रहा और देखो उन्हां दा रिश्तेदार बच गया। और अज जो परमेश्वर दे आत्मा की अगवाई प्रभु दे लोगों मैं दसना चाहना है साडे जीवन च भी हुंदी आ तां असीं उहनूं अणगेलिया ना कर दी, क्योंकि बहुत ही वार असीं आत्मा की अगवाई नूं अणगेलिया करदे हां, उहनूं अणपछाता करदे हां। पर उसे टाइम दे विच पवित्र आत्मा साडे तो क्यों प्रार्थना करवाउणा चाहुंदा आ, वो किहड़े समय च करवाउणा चाहुंदा आ, किस हाल विच करवाउणा चाहुंदा आ, वो सानूं कुछ दिन बाद पता लगदा आ कि वो क्यों उस दिन मेरे नाल इदां होया, क्यों मैनूं आत्मा मजबूर कर रहा है। देखो जिन्होंने ने अपने रिश्तेदार नूं बचा लिया, आत्मा की अगवाई हुई, वो आदमी ने प्रार्थना की और वो रिश्तेदार भैन भरा वो बचाया गया। तो देखो कई बार ये समय साडे जीवन च भी आउंदे आ, क्योंकि बाइबल दे विच लिखिया है प्रभु दे लोगों, जो असीं 15 वचन नूं पढ़दे लिखिया क्यों जो तुहानूं गुलामी दा आत्मा नहीं मिलिया जो फिर मुड़ के डरो, सगों नाबालग पुत्र होण दा आत्मा मिलिया है जिस करके असीं अब्बा हे पिता पुकारदे हैं। तो लिखिया है पवित्र आत्मा अखत हौंके भर के परमेश्वर दे अगे प्रार्थना करदा है। सो जिहड़ा आत्मा सानूं मिलिया आ वो आत्मा परमेश्वर दे वल्लों और असीं ओहदे आखे लगना आ, असीं ओहदी सुननी आ। जदों असीं ओहदी सुनदे आ, जदों पवित्र आत्मा दी गल नूं असीं मनदे आ ते साडे जीवन दे विच ਜਿਹੜੇ ਕੰਮ ਸਾਨੂੰ ਭਾੜ ਲੱਗਦੇ ਆ, ਜਿਹੜਾ ਚੀਜ਼ਾਂ ਸਾਨੂੰ ਲੱਗਦੀਆਂ ਸਾਡੇ ਤੋਂ ਨਹੀਂ ਹੋ ਪਾ ਰਹੀਆਂ ਪਰ ਉਹ ਆਤਮਾ ਦੁਆਰਾ ਸਾਡੇ ਜੀਵਨ ਦੇ ਵਿੱਚੋਂ ਹੁੰਦੀਆਂ ਆ। ਹਾਲੇਲੂਇਆ। ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਜਦੋਂ ਅਸੀਂ ਪੁਰਾਣੇ ਨਿਯਮ ਦੇ ਵਿੱਚ ਪੜ੍ਹਦੇ ਆ, ਸ਼ਮਸ਼ੂਨ ਪ੍ਰਭੂ ਦਾ ਦਾਸ ਦੇਖੋ ਜਦੋਂ ਪਰਮੇਸ਼ਰ ਦਾ ਆਤਮਾ ਉਹਦੇ ਉੱਪਰ ਉਤਰਿਆ ਤਾਂ ਕਿੰਨੇ ਹਜ਼ਾਰ ਲੋਕਾਂ ਨੂੰ ਉਹਨੇ ਖੋਤੇ ਦੇ ਜਵਾੜੇ ਦੇ ਨਾਲ ਮਾਰ ਦਿੱਤਾ। ਤਾਂ ਦੇਖੋ ਪੁਰਾਣੇ ਨਿਯਮ 'ਚ ਕਿੱਡੇ ਕਿੱਡੇ ਵੱਡੇ ਪਰਮੇਸ਼ਰ ਦੀ ਆਤਮਾ ਦੁਆਰਾ ਕੰਮ ਹੁੰਦੇ ਸੀ, ਕਿੰਨੇ ਕਿੰਨੇ ਵੱਡੇ ਕੰਮ ਕਰਦੇ ਸੀ ਪਰਮੇਸ਼ਰ, ਔਰ ਕਿੱਦਾਂ ਆਪਣੇ ਲੋਕਾਂ ਨੂੰ ਬਚਾਉਂਦੇ ਸੀ। ਸਦਰਕ ਮਿਸ਼ਕ ਅਬਦਨਗੋ ਸੀ, ਉਹ ਵੀ ਬਲ ਦੀ ਅੱਗ ਦੀ ਭੱਠੀ ਦੇ ਵਿੱਚ ਸੀ, ਉੱਥੇ ਖੁਦ ਪਰਮੇਸ਼ਰ ਜੀ ਆ ਗਏ। ਆਪਣੇ ਲੋਕੋ ਉਹ ਕੋਈ ਕਮੀ ਨਹੀਂ ਛੱਡਦਾ ਆਪਣੇ ਲੋਕਾਂ ਨੂੰ ਬਚਾਉਣ ਦੀ, ਪਰ ਗੱਲ ਇਹ ਹੈ ਕਿ ਕੀ ਅਸੀਂ ਉਹਦੀ ਸੁਣ ਰਹੇ ਹਾਂ ਜਾਂ ਨਹੀਂ ਸੁਣ ਰਹੇ। ਕਿਉਂਕਿ ਵਚਨ 26 ਸਾਨੂੰ ਦੱਸਦਾ ਕਿ ਆਤਮਾ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਕਰਦਾ ਹੈ, ਉਹ ਸਾਡੀ ਸਪੋਰਟ ਕਰਦਾ ਆ। मैं बड़िया बहुत वड्डियां गवाहियां प्रभु दे लोगों कई बारी सुनदा आ, मेरे दोस्त मित्र भैन भरा पास्टर साहबान दसदे आ कि उन्हां दे जीवन च आह परमेश्वर ने काम कीता, उन्हां दे जीवन च आह परमेश्वर ने काम कीता, तो बड़ा आनंद मिलदा है, और बड़ा चंगा लगदा है कि परमेश्वर ने उन्हां दे जीवन च एडे वड्डे काम कीते जिन्हां नूं ओह जाणदे भी नहीं है। हालेलुया हालेलुया। सो प्रभु दे लोगों सानू परमेश्वर दे आत्मा दीयां गल्लां नूं समझण दी जरूरत आ, क्योंकि ये जो शरीर है ये शरीर सदा साडे नाल नहीं है, क्योंकि आत्मा जिहड़ा आ वो सदा साडे नाल आ जदों असीं परमेश्वर नूं जाण चुके हैं, और इसे आत्मा दे द्वारा ही असीं स्वर्ग जा सकदे हां, क्योंकि ये आत्मा परमेश्वर दीयां गुप्त गल्लां नूं सानू दसदा आ। कई साडे दोस्त मित्र एवें दे हुंदे आ कि जिहड़ा पहला जीवन साडा उन्हां नाल बीतिया हुंदा आ और उन्हां नूं लगदा है शायद ये पहलों वर्गा ही आ, पर जदों पवित्र आत्मा उन्हां दे जीवन दे विच हुंदा आ, तुहाडे जीवन दे विच हुंदा आ, ते जदों तुसीं अपने दोस्त नाल गल करदे हो जां ओह भैन भरा अपने दोस्त मित्र नाल गल करदे आ तो बड़ा शौक हुंदे आ कि इह एड्डियां वड्डियां गल्लां इह कित्थों सिੱਖਿਆ आ, इह किवें करदा एड्डियां वड्डियां गल्लां। क्योंकि प्रभु दे वचन नूं भी जदों असीं सिੱਖਦੇ हाँ, जदों यीशु मसीह 12 सालां दे होए और उन्हां नूं यरूशलेम मंदिर दे विच लिजाया गया तां उस जगह दे विच की है जदों गल्लां कर रहा सीगा उन्हां फरीसी गुरुआं दे नाल, तो ओह गुरु ओह फरीसी भी हैरान रह गए कि एड्डियां वड्डियां गल्लां अनोखियां गल्लां किवें करदा, कित्थों इहनूं आउंदियां। और वो सोचदे सी एक तरखान दा पुत्तर आ, ये किद्दां इदां कर गल्लां कर सकदा आ, पर प्रभु दा वचन दसदा आ प्रभु दे लोगों जदों असीं इस प्रभु यीशु मसीह बारे सिੱਖਦੇ हाँ तो पहला ही यीशु मसीह बारे भविखबाणियां होईयां सी
प्रभु यीशु मसीह बारे क्या सी कि एक कुंवारी तो गर्भवती होएगा पवित्र आत्मा के द्वारा। तो देखो अगर पवित्र आत्मा के द्वारा ਉਹਦਾ जन्म होया तो पवित्र आत्मा प्रभु यीशु मसीह दे अंदर आ, तो फिर वो गल्लां नहीं कर रहा, पवित्र आत्मा गल्लां कर रहा जो परमेश्वर ने ਉਹ यीशु मसीह ਨੂੰ ਦਿੱਤਾ ਹੈ। क्योंकि यीशु मसीह आप भी कई जगह ते गल्लां करदे आ कि मैं अपने कोलों कुछ नहीं बोलदा, अपने कोलों कुछ नहीं कहंदा, जो पिता मैनूं दसदा आ, जो पिता मेरे नाल गल्लां करदा ਉਹੀ मैं तुहाडे नाल करदा आ। और प्रभु दे लोको जिहड़ा आत्मा प्रभु यीशु मसीह ਨੂੰ ਦਿੱਤਾ ਗਿਆ ਉਹੀ आत्मा ਸਾਡੇ ਕੋਲੇ ਵੀ ਆ, ਉਹੀ आत्मा ਸਾਡੇ ਕੋਲੇ ਵੀ ਆ। बस ਸਾਨੂੰ उस आत्मा ਨੂੰ ਜਾਣਨ ਦੀ ਜ਼ਰੂਰਤ ਆ, ਉਹਨੂੰ ਸਮਝਣ ਦੀ ਜ਼ਰੂरत ਆ। क्योंकि एक जगह ते प्रभु यीशु मसीह इस तरह लिखते हैं कि मेरियां भेडां मेरी आवाज़ नूं पहचानदियां हैं। तो सानू आवाज़ पहचानने की जरूरत आ। जिवें अगे भी मैं गल कीती आ कि एक परसन जो प्रार्थना कर रहा है और प्रार्थना दे विच गैर भाषा विच प्रार्थना कर रहा है, आत्मा नूं गवाही कर रहा है और उन्हें अपने एक फैमिली मैंबर नूं बचा लिया, अपने रिश्तेदार नूं बचा लिया। तो इहदियां बहुतियां थावां ते पवित्र आत्मा जी सानू अगवाही करते हैं कि असीं प्रार्थना करिए, असीं बाइबल पढ़िए, असीं वर्त करिए। हालेलुया। सो प्रभु दा वचन सानू वार-वार इस गल नूं कहंदा है कि सानू कुछ करन दी जरूरत नहीं है, सानू सिर्फ बैठण दी जरूरत है। अगे पवित्र आत्मा आप सारियां गल्लां करदा है, वो आप सानू लैके जांदा, साडी अगवाही करदा है, वो सानू दसदा है। हो सकदा एक समा साडे जीवन दे विच एवें दा आवे कि असीं कुछ लै रहे हैं बाजार तो या कितों भी कुछ लै रहे हैं और पवित्र आत्मा साडे मन च कुछ पा रहा है और पवित्र आत्मा सानू दस रहा है, सानू गाइड कर रहा है। तो उत्थे ही सानू पवित्र आत्मा दी सुनने की जरूरत है, क्योंकि बहुत ही बार असीं नहीं सुनते। एक बार तुहानू पता है जदों कोई असीं कुछ भी लैंदे हैं तो एक बार खुशी हुंदी है, पर कुछ दिनों बाद सानू अफसोस हुंदा है। क्यों? क्योंकि उस टाइम आत्मा की गवाही कोई हुंदी नहीं। तो प्रभु का वचन दसदा है कि वह साडे दुखां दे विच साडे लई प्रार्थना करदा परमेश्वर अगे, और इन्ना ही नहीं अखां हौंके भर के। और जो वचन नूं असीं सिखदे हैं प्रभु दे लोको, जिवें अगे असीं 14-15 वचन नूं पढ़िया जिथे लिखिया जिन्ने परमेश्वर दी आत्मा दी गवाही नाल चलदे हन ओही परमेश्वर दे पुत्तर हन। तो देखो आत्मा दी गवाही दे नाल हुंदा कि असीं परमेश्वर दे पुत्तर हो गए, असीं परमेश्वर दे हो गए। हालेलुया, हालेलुया। असीं परमेश्वर दे हो चुके हैं। और फिर परमेश्वर देखो आसमान ते बैठा आ और वो सानू धरती ते साडी वो प्रतिपाल साडी कर रहा आ, सानू देख रहा आ, साडे मन दे विच परमेश्वर अपने वचनां नूं दे रहा आ, आत्मा दी गवाही दे रहा आ। हालेलुया। सो सानू आत्मा दे द्वारा चलण दी जरूरत आ, क्योंकि 24 घंटिਆਂ ਦੇ ਵਿੱਚੋਂ ਕੋਈ ऐसा ਸਮਾਂ नहीं आ कि ਜਦੋਂ ਅਸੀਂ परमेश्वर ਦੇ वचन ਨੂੰ ਮੰਨਦੇ ਹਾਂ, ਉਹਦੇ ਹੁਕਮ ਨੂੰ ਮੰਨਦੇ ਹਾਂ ਤੇ ਉਹਦੀ ਅਗਵਾਈ ਨਾ ਹੋਵੇ। ਉਹ ਅਗਵਾਈ ਕਰਦਾ ਰਹਿੰਦਾ ਹੈ, ਉਹ ਸਾਨੂੰ ਸਮਝਾਉਂਦਾ ਰਹਿੰਦਾ ਹੈ, ਉਹ ਸਾਨੂੰ ਦੱਸਦਾ ਰਹਿੰਦਾ ਹੈ। ਹਾਲੇਲੂਇਆ। ਸੋ ਜਦੋਂ ਅਸੀਂ ਹੋਰ ਹੀ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਹਾਂ ਤਾਂ ਪ੍ਰਭੂ ਦੇ ਲੋਕੋ ਦੇਖੋ ਅਸੀਂ ਜਦੋਂ 8 ਦਾ 5 ਵਚਨ ਵੀ ਪੜ੍ਹਦੇ ਹਾਂ ਤਾਂ ਇਸ ਜਗ੍ਹਾ 'ਚ ਲਿਖਿਆ ਆ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਵਸਤਾਂ ਉੱਤੇ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ। ਕਿਉਂ? ਜੋ ਸਰੀਰਕ ਮਨੁੱਖਾ ਮੌਤ ਹੈ ਪਰ ਆਤਮਿਕ ਮਨੁੱਖਾ ਜੀਵਨ ਅਤੇ ਸ਼ਾਂਤੀ ਹੈ। ਤਾਂ ਦੇਖੋ ਸ਼ਾਂਤੀ ਆਉਂਦੀ ਕਿੱਦਾਂ ਆ, ਕਿੱਦਾਂ ਪਰਮੇਸ਼ਰ ਜੀਵਨ ਦੇ ਵਿੱਚ ਸ਼ਾਂਤੀ ਲੈ ਕੇ ਆਉਂਦਾ ਹੈ? ਜਦੋਂ ਅਸੀਂ ਉਹਦੀ ਆਤਮਾ ਦੀ ਅਗਵਾਈ ਦੇ ਦੁਆਰਾ ਚੱਲਦੇ ਹਾਂ, ਜਦੋਂ ਅਸੀਂ ਉਹਦੀ ਆਤਮਾ ਦੀ ਅਗਵਾਈ ਦੁਆਰਾ ਚੱਲਦੇ ਹਾਂ और फिर साडे जीवन दे विच शांति रहिंदी है, फिर साडे जीवन दे विच एक हल्कापन रहिंदा, क्योंकि सानू विश्वास हुंदा है कि साडे परमेश्वर ने साडी दुआ नूं सुनिया आ। एक गल होर सानू इत्थे नोट करन वाली आ, वो ये है कि पहला असीं परमेश्वर दी सुनीए और बाद विच आप दी सुनाईए। कई बार इदां भी हुंदा है कि असीं परमेश्वर नूं कहंदे रहने आ और जदों परमेश्वर जी कोई सानू कहंदे आ और असीं उस नूं ध्यान नहीं करदे। जदों ध्यान नहीं करदे तो उस जगह दे विच फिर बड़ा ज़्यादा वड्डा फासला साडे विच हुंदा आ, साडे और परमेश्वर दे विच, क्योंकि परमेश्वर चाहुंदा कि पहलां मेरी सुन। जदों असीं सुन लैंदे आ तो उस तो बाद साडे जीवन दे विच परमेश्वर बहुत वड्डी किरपा, बहुत वड्डी दया नूं लैके आउंदे आ, बहुत वड्डे तरस नूं लैके आउंदे आ। हालेलुया, हालेलुया।
तो लिखिਆ ਆ ਜਿਹੜੀ ਆਤਮਾ ਤੋਂ ਆਤਮਾ ਦੀਆਂ ਗੱਲਾਂ ਨੂੰ ਔਰ ਜਿਹੜੀ ਸਰੀਰਕ ਆ ਸਰੀਰ ਦੀਆਂ ਗੱਲਾਂ ਨੂੰ। ਵੇਖੋ ਸਰੀਰ ਇੱਕ ਦਿਨ ਨਾਸ਼ ਹੋਣ ਵਾਲਾ ਹੈ। ਬਾਈਬਲ 'ਚ ਲਿਖਿਆ ਆ ਤੁਸੀਂ ਉਹਨਾਂ ਤੋਂ ਨਾ ਡਰੋ ਜਿਹੜੇ ਸਿਰਫ ਸਰੀਰ ਨੂੰ ਖਤਮ ਕਰ ਸਕਦੇ ਆ, ਪਰ ਉਸ ਤੋਂ ਡਰੋ ਜਿਹੜੇ ਸਰੀਰ ਨੂੰ ਵੀ ਤੇ ਆਤਮਾ ਦੋਨੋਂ ਦਾ ਨਾਸ਼ ਕਰ ਸਕਦਾ ਹੈ। तो ਅੱਜ ਜੇਕਰ ਅਸੀਂ ਪਰਮੇਸ਼ਰ ਨੂੰ ਸਮਝ ਚੁੱਕੇ ਹਾਂ, ਉਹਦੇ ਆਤਮਾ ਨੂੰ ਸਮਝ ਚੁੱਕੇ ਹਾਂ, ਪਰਮੇਸ਼ਰ ਬਾਰੇ ਜਾਣ ਚੁੱਕੇ ਹਾਂ, ਪਰਮੇਸ਼ਰ ਦੀਆਂ ਗੱਲਾਂ ਬਾਰੇ ਜਾਣ ਚੁੱਕੇ ਹਾਂ, ਔਰ ਅਗਰ ਅਸੀਂ ਆਤਮਾ ਦੀ ਗਵਾਹੀ ਦੁਆਰਾ ਚੱਲਦੇ ਹਾਂ ਔਰ ਆਤਮਾ ਦੀਆਂ ਜਿਹੜੀਆਂ ਗੱਲਾਂ ਹੈ ਉਹ ਸਾਡੇ ਜੀਵਨ ਦੇ ਵਿੱਚ ਹੈ, ਤਾਂ ਲਿਖਿਆ ਫਿਰ ਅਸੀਂ ਆਤਮਾ ਤੋਂ ਹਾਂ। ਤਾਂ ਜਿਹੜਾ ਆਤਮਾ ਦੁਆਰਾ ਚੱਲਦਾ ਆ ਸਦਾ ਸਦਾ ਦਾ ਜੀਵਨ ਉਹਦੇ ਕੋਲ ਆ, ਇਟਰਨਲ ਲਾਈਫ ਉਹਦੀ ਜ਼ਿੰਦਗੀ ਦੇ ਵਿੱਚ ਹੈ, ਕਿਉਂਕਿ ਉਹ ਸਿਰਫ ਪਰਮੇਸ਼ਰ ਤੋਂ ਬਗੈਰ ਉਹਨਾਂ ਦੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਗਾ। ਸੋ ਅੱਜ ਜਦੋਂ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਸਾਡੇ ਜੀਵਨ ਦੇ ਵਿੱਚ ਆਉਂਦੀ ਤੇ ਅਸੀਂ ਉਸ ਆਤਮਾ ਦੀ ਗਵਾਹੀ ਨੂੰ ਪੂਰਾ ਧਿਆਨ ਦੇ ਕੇ ਉਹਦੇ ਤੇ ਕੰਮ ਕਰੀਏ ਔਰ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ, ਕਿਉਂਕਿ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦੇ ਆ, ਸਵਰਗ ਜਾਣਾ ਚਾਹੁੰਦੇ ਆ, ਬਹੁਤ ਸਾਰੀਆਂ ਆਸ਼ੀਸ਼ਾਂ ਬਰਕਤਾਂ ਜੋ ਨੇ ਇੱਥੇ ਜੋ ਦੁਨੀਆ ਦੇ ਵਿੱਚ ਵੀ ਸਾਨੂੰ ਦਿੰਦਾ ਆ ਇਸ ਦੁਨਿਆਵੀ ਚੀਜ਼ਾਂ ਨੂੰ, ਪਰ ਉਹ ਸਵਰਗ ਦੇ ਵਿੱਚ ਬਹੁਤ ਹੀ ਅੱਛੀਆਂ ਚੀਜ਼ਾਂ ਉਹਨੇ ਸਾਡੇ ਲਈ ਰੱਖੀਆਂ ਆਪਣੇ ਪ੍ਰੇਮੀਆਂ ਵਾਸਤੇ। ਤੇ ਆਓ ਸਾਰੇ ਅਸੀਂ ਉਸ ਪਰਮੇਸ਼ਰ ਦੇ ਪ੍ਰੇਮੀ ਹੋ ਜਾਈਏ ਔਰ ਆਤਮਾ ਦੀ ਗਵਾਹੀ ਦੁਆਰਾ ਚੱਲੀਏ। ਆਓ ਆਪਾਂ ਛੋਟੀ ਜਿਹੀ ਦੁਆ ਕਰਾਂਗੇ। ਪਰਮੇਸ਼ਰ ਤੁਹਾਨੂੰ ਇਸ ਵਚਨ ਦੁਆਰਾ ਆਸ਼ੀਸ਼ ਦੇਣ। ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਦੇ ਲਈ, ਜੋ ਕੁਝ ਵੀ ਪ੍ਰਭੂ ਜੀ ਤੁਸੀਂ ਸਾਨੂੰ ਸਿਖਾਇਆ ਦੱਸਿਆ ਤੁਹਾਡਾ ਧੰਨਵਾਦ ਕਰਦੇ ਹਾਂ। ਅਗਲੇ ਸਮੇਂ ਵਿੱਚ ਵੀ ਸਾਨੂੰ ਸਮਝਾਉਣਾ, ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹਾਂ ਔਰ ਸਾਰਾ ਸਮਾਂ ਤੁਹਾਡੇ ਹੱਥ ਵਿੱਚ ਸੌਂਪਦੇ ਹਾਂ। ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ, ਆਮੀਨ। ਗੋਡ ਬlesਸ ਯੂ।